आज़ादी का अमृत महोत्सव ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਦੇ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਦੇ ਬਾਰੇ ਵਿੱਚ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਪਹਿਲਾ ਗੋਲਮੇਜ਼ ਸੰਮੇਲਨ ਅਤੇ ਪ੍ਰਸਿੱਧ ਭਾਰਤੀ ਸਿੱਖਿਆ ਵਿਦਵਾਨ ਅਤੇ ਸੁਤੰਤਰਤਾ ਸੈਨਾਨੀ ਪੰਡਿਤ ਮਦਨ ਮੋਹਨ ਮਾਲਵੀਆ ਬਾਰੇ ਜਾਣਕਾਰੀ ਦੇ ਰਹੇ ਹਾਂ। ਪੇਸ਼ ਹੈ ਇੱਕ ਰਿਪੋर्ट। 12 ਨਵੰਬਰ 1930 ਨੂੰ ਪਹਿਲਾ ਗੋਲਮੇਜ਼ ਸੰਮੇਲਨ ਲੰਡਨ ਵਿੱਚ ਸ਼ੁਰੂ ਹੋਇਆ ਸੀ। 1919 ਵਿੱਚ ਗਾਂਧੀ ਜੀ ਦੀ ਅਗਵਾਈ ਹੇਠ ਕੀਤੇ ਗਏ ਨਾ ਮਿਲਵਰਤਨ ਅੰਦੋਲਨ ਦੇ ਨਾਲ ਸੁਤੰਤਰਤਾ ਅੰਦੋਲਨ ਆਪਣੇ ਸਿਖਰ ਤੇ ਸੀ। ਇਸ ਦੌਰਾਨ ਪਾਸ ਕੀਤੇ ਗਏ ਭਾਰਤ ਸਰਕਾਰ ਐਕਟ 1919 ਵਿੱਚ ਭਾਰਤੀਆਂ ਦੀ ਮੰਗ ਅਨੁਸਾਰ ਸ਼ਾਸਨ ਦੀਆਂ ਸਾਰੀਆਂ ਸ਼ਾਖਾਵਾਂ 'ਚ ਉਹਨਾਂ ਦੀ ਵੱਧ ਹਿੱਸੇਦਾਰੀ ਦਾ ਪ੍ਰਬੰਧ ਨਹੀਂ ਕੀਤਾ ਗਿਆ ਸੀ। ਅੰਗਰੇਜ਼ ਹਕੂਮਤ ਦੀ ਵਿਵਸਥਾ ਦੇ ਖਾਸ ਵਰਗ ਵਿੱਚ ਵੀ ਭਾਰਤ ਨੂੰ ਪ੍ਰਭੂਤਾ ਦਾ ਦਰਜਾ ਦੇਣ ਦੀ ਮੰਗ ਵੱਧ ਰਹੀ ਸੀ। ਇਸ ਲਈ ਭਾਰਤ ਸਰਕਾਰ ਐਕਟ 1919 ਨੂੰ ਲਾਗੂ ਕਰਨ ਦੀ ਜਾਂਚ ਲਈ ਸਾਈਮਨ ਕਮਿਸ਼ਨ ਨਿਯੁਕਤ ਕੀਤਾ ਗਿਆ ਸੀ। ਉਸ ਵੇਲੇ ਦੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਰਾਮਸੇ ਮੈਕਡੋਨਲਡ ਨੇ ਸਾਈਮਨ ਰਿਪੋਰਟ ਨੂੰ ਗੈਰ ਮੁਨਾਸਿਬ ਮੰਨਦਿਆਂ 1929 ਵਿੱਚ ਲੰਡਨ ਵਿੱਚ ਗੋਲਮੇਜ਼ ਸੰਮੇਲਨਾਂ ਦੀ ਇੱਕ ਲੜੀ ਆਯੋਜਿਤ ਕਰਨ ਦਾ ਫੈਸਲਾ ਲਿਆ। ਅਜੇ 3 ਸੰਮੇਲਨਾਂ ਦਾ ਆਯੋਜਨ ਕੀਤਾ ਗਿਆ। ਪਹਿਲਾ ਗੋਲਮੇਜ਼ ਸੰਮੇਲਨ 12 ਨਵੰਬਰ 1930 ਤੋਂ 19 ਜਨਵਰੀ 1931 ਤੱਕ ਆਯੋਜਿਤ ਕੀਤਾ ਗਿਆ ਸੀ। ਸੰਮੇਲਨ ਤੋਂ ਪਹਿਲਾਂ ਮਹਾਤਮਾ ਗਾਂਧੀ ਨੇ ਸਿਵਲ ਨਾਫਰਮਾਨੀ ਦਾ ਅੰਦੋਲਨ ਸ਼ੁਰੂ ਕੀਤਾ ਸੀ। ਨਤੀਜੇ ਦੇ ਤੌਰ ਤੇ ਕਾਂਗਰਸ ਨੇ ਇਸ ਸੰਮੇਲਨ 'ਚ ਹਿੱਸਾ ਨਹੀਂ ਲਿਆ, ਪਰ ਹੋਰ ਭਾਰਤੀ ਦਲਾਂ ਦੇ ਨੁਮਾਇੰਦੇ ਤੇ ਕਈ ਸ਼ਾਸਕ ਇਸ ਵਿੱਚ ਸ਼ਾਮਿਲ ਹੋਏ। ਡਾਕਟਰ BR ਅੰਬੇਦਕਰ ਨੇ ਦਲਿਤ ਵਰਗਾਂ ਦਾ ਮੁੱਦਾ ਚੁੱਕਿਆ ਅਤੇ ਉਹਨਾਂ ਲਈ ਇੱਕ ਵੱਖਰੇ ਚੋਣ ਮੰਡਲ ਦੀ ਮੰਗ ਕੀਤੀ। ਤੇਜ ਬਹਾਦਰ ਸਪਰੂ ਨੇ ਅਖਿਲ ਭਾਰਤੀ ਸੰਘ ਦੇ ਵਿਚਾਰ ਨੂੰ ਅੱਗੇ ਵਧਾਇਆ। ਮੁਸਲਿਮ ਲੀਗ ਨੇ ਵੀ ਇਸ ਦੀ ਹਮਾਇਤ ਕੀਤੀ ਸੀ। ਰਿਆਸਤਾਂ ਦੀ ਸੁਤੰਤਰਤਾ ਲਈ ਅੱਗੇ ਆਈਆਂ, ਪਰ ਸ਼ਰਤ ਰੱਖੀ ਕਿ ਉਹਨਾਂ ਦੀ ਅੰਦਰੂਨੀ ਪ੍ਰਭੂਤਾ ਬਣੀ ਰਹਿਣੀ ਚਾਹੀਦੀ ਹੈ। ਰਿਆਸਤਾਂ ਵੀ ਸੁਤੰਤਰਤਾ ਲਈ ਅੱਗੇ ਆਈਆਂ, ਪਰ ਸ਼ਰਤ ਰੱਖੀ ਕਿ ਉਹਨਾਂ ਦੀ ਅੰਦਰੂਨੀ ਪ੍ਰਭੂਤਾ ਬਣੀ ਰਹਿਣੀ ਚਾਹੀਦੀ ਹੈ। ਪਹਿਲੇ ਗੋਲਮੇਜ਼ ਸੰਮੇਲਨ ਦੀ ਸਮਾਪਤੀ ਤੋਂ ਬਾਅਦ ਤੇਜ ਬਹਾਦਰ ਸਪਰੂ, C. ਚਿੰਤਾਮਣੀ ਅਤੇ ਸ਼੍ਰੀ ਨਿਵਾਸ ਸ਼ਾਸਤਰੀ ਨੇ ਮਹਾਤਮਾ ਗਾਂਧੀ ਨੂੰ ਵਾਇਸਰਾਏ ਲਾਰਡ ਇਰਵਿਨ ਨਾਲ ਗੱਲਬਾਤ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਮਾਰਚ 1931 ਵਿੱਚ ਗੱਲਬਾਤ ਤੋਂ ਬਾਅਦ ਗਾਂਧੀ ਇਰਵਿਨ ਸਮਝੌਤੇ ਤੇ ਦਸਤਖਤ ਕੀਤੇ ਗਏ ਅਤੇ ਗਾਂਧੀ ਜੀ ਸਿਵਲ ਨਾਫਰਮਾਨੀ ਦੇ ਅੰਦੋਲਨ ਨੂੰ ਮੁਲਤਵੀ ਕਰਨ ਅਤੇ ਦੂਜੇ ਗੋਲਮੇਜ਼ ਸੰਮੇਲਨ 'ਚ ਹਿੱਸਾ ਲੈਣ ਲਈ ਰਜ਼ਾਮੰਦ ਹੋਏ। 12 ਨਵੰਬਰ ਨੂੰ ਹੀ ਪ੍ਰਸਿੱਧ ਭਾਰਤੀ ਸਿੱਖਿਆ ਵਿਦਵਾਨ ਅਤੇ ਸੁਤੰਤਰਤਾ ਸੈਨਾਨੀ ਪੰਡਿਤ ਮਦਨ ਮੋਹਨ ਮਾਲਵੀਆ ਦੀ ਬਰਸੀ ਵੀ ਹੈ, ਜਿਨ੍ਹਾਂ ਨੂੰ ਮਹਾਮਨਾ ਵੀ ਕਿਹਾ ਜਾਂਦਾ ਹੈ। ਉਹਨਾਂ ਦਾ ਜਨਮ 25 ਦਸੰਬਰ 1861 ਨੂੰ ਇਲਾਹਾਬਾਦ ਵਿੱਚ ਹੋਇਆ ਸੀ। ਉਹਨਾਂ ਨੇ ਕਲਕੱਤਾ ਯੂਨੀਵਰਸਿਟੀ 'ਚ ਪੜ੍ਹਾਈ ਕੀਤੀ। ਫਿਰ ਉਹ ਇੱਕ ਸਕੂਲ ਅਧਿਆਪਕ ਤੇ ਬਾਅਦ ਵਿੱਚ ਵਕੀਲ ਅਤੇ ਇੱਕ ਅਖਬਾਰ ਦੇ ਸੰਪਾਦਕ ਬਣੇ। ਉਹ ਹਿੰਦੂ ਮਹਾਸਭਾ ਦੇ ਸੰਸਥਾਪਕ ਵੀ ਨੇ। ਅਸਹਿਯੋਗ ਅੰਦੋਲਨ 'ਚ ਮਾਲਵੀਆ ਨੇ ਇੱਕ ਮਹੱਤਵਪੂਰਨ ਵਿਅਕਤੀ ਵਜੋਂ ਭੂਮਿਕਾ ਨਿਭਾਈ। ਭਾਵੇਂ ਉਹ ਖੁਸ਼ ਕਰਨ ਦੀ ਰਾਜਨੀਤੀ ਅਤੇ ਖਿਲਾਫਤ ਅੰਦੋਲਨ ਵਿੱਚ ਕਾਂਗਰਸ ਦੀ ਭਾਗੀਦਾਰੀ ਦੇ ਵਿਰੋਧੀ ਸਨ। ਮਦਨ ਮੋਹਨ ਮਾਲਵੀਆ 1928 ਵਿੱਚ ਲਾਲਾ ਲਾਜਪਤ ਰਾਏ, ਜਵਾਹਰ ਲਾਲ ਨਹਿਰੂ ਅਤੇ ਕਈ ਹੋਰ ਲੋਕਾਂ ਨਾਲ ਸਾਈਮਨ ਕਮਿਸ਼ਨ ਦੇ ਵਿਰੋਧ ਵਿੱਚ ਸ਼ਾਮਿਲ ਹੋਏ, ਜਿਸ ਨੂੰ ਅੰਗਰੇਜ਼ਾਂ ਨੇ ਭਾਰਤ ਦੇ ਭਵਿੱਖ ਤੇ ਵਿਚਾਰ ਕਰਨ ਲਈ ਸਥਾਪਿਤ ਕੀਤਾ ਸੀ। ਜਿਵੇਂ ਹੀ ਇੰਗਲੈਂਡ ਵਿੱਚ ਬ੍ਰਿਟਿਸ਼ ਖਰੀਦੋ ਮੁਹਿੰਮ ਨੇ ਪੈਰ ਫੈਲਾਉਣੇ ਸ਼ੁਰੂ ਕੀਤੇ, ਮਦਨ ਮੋਹਨ ਮਾਲਵੀਆ ਨੇ 30 ਮਈ 1932 ਨੂੰ ਇੱਕ ਐਲਾਨਨਾਮਾ ਜਾਰੀ ਕਰ ਦਿੱਤਾ, ਜਿਸ 'ਚ ਭਾਰਤ ਵਿੱਚ ਭਾਰਤੀ ਖਰੀਦੋ ਅੰਦੋਲਨ ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕੀਤੀ ਗਈ ਸੀ। ਮਾਲਵੀਆ 1931 ਵਿੱਚ ਦੂਜੇ ਗੋਲਮੇਜ਼ ਸੰਮੇਲਨ 'ਚ ਇੱਕ ਨੁਮਾਇੰਦੇ ਸਨ। ਸਰੋਜਨੀ ਨਾਇਡੂ ਦੀ ਗ੍ਰਿਫਤਾਰੀ ਤੋਂ ਬਾਅਦ 1932 ਵਿੱਚ ਦਿੱਲੀ 'ਚ ਕਾਂਗਰਸ ਦੇ ਪ੍ਰਧਾਨ ਦੇ ਤੌਰ ਤੇ ਨਿਯੁਕਤ ਹੋਣ ਦੇ ਕੁਝ ਹੀ ਦਿਨਾਂ ਬਾਅਦ ਸਿਵਲ ਨਾਫਰਮਾਨੀ ਅੰਦੋਲਨ ਦੌਰਾਨ ਮਾਲਵੀਆ ਨੂੰ 25 ਅਪ੍ਰੈਲ 1932 ਨੂੰ ਦਿੱਲੀ 'ਚ 450 ਹੋਰ ਕਾਂਗਰਸ ਵਲੰਟੀਅਰਾਂ ਨਾਲ ਗ੍ਰਿਫਤਾਰ ਕਰ ਲਿਆ ਗਿਆ। 1933 ਵਿੱਚ ਕਲਕੱਤਾ 'ਚ ਉਹਨਾਂ ਨੂੰ ਫਿਰ ਤੋਂ ਕਾਂਗਰਸ ਦੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ। ਇਸ ਤਰ੍ਹਾਂ ਸੁਤੰਤਰਤਾ ਤੋਂ ਪਹਿਲਾਂ ਮਾਲਵੀਆ ਭਾਰਤੀ ਰਾਸ਼ਟਰੀ ਕਾਂਗਰਸ ਦੇ ਇਕਲੌਤੇ ਅਜਿਹੇ ਨੇਤਾ ਸਨ ਜਿਨ੍ਹਾਂ ਨੂੰ 4 ਕਾਰਜਕਾਲਾਂ ਲਈ ਇਸ ਦੇ ਪ੍ਰਧਾਨ ਵਜੋਂ ਨਿਯੁਕਤ ਕੀਤਾ ਗਿਆ ਸੀ। ਮਾਲਵੀਆ ਨੇ ਹਮੇਸ਼ਾ ਹਿੰਦੂ ਮੁਸਲਿਮ ਏਕਤਾ ਲਈ ਯਤਨ ਕੀਤਾ। ਫਿਰਕੂ ਸਦਭਾਵਨਾ ਤੇ ਉਹਨਾਂ ਦੇ 2 ਭਾਸ਼ਣ ਕਾਫੀ ਮਸ਼ਹੂਰ ਹੋਏ। ਉਹਨਾਂ ਨੇ ਪਹਿਲਾ ਭਾਸ਼ਣ 1922 ਵਿੱਚ ਲਾਹੌਰ ਵਿੱਚ ਅਤੇ ਦੂਜਾ 1931 ਵਿੱਚ ਕਾਨਪੁਰ 'ਚ ਦਿੱਤਾ ਸੀ।
ਸੀ। 1933 ਵਿੱਚ ਕਾਂਗਰਸ ਦੇ ਕਲਕੱਤਾ ਇਜਲਾਸ ਵਿੱਚ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਮਦਨ ਮੋਹਨ ਮਾਲਵੀਆ ਨੇ ਕਿਹਾ ਸੀ ਕਿ ਮੈਂ ਸਾਰੇ ਹਿੰਦੂਆਂ, ਮੁਸਲਮਾਨਾਂ, ਸਿੱਖਾਂ, ਈਸਾਈਆਂ, ਪਾਰਸੀਆਂ ਅਤੇ ਹੋਰ ਦੇਸ਼ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਸਾਰੇ ਫਿਰਕੂ ਮਤਭੇਦਾਂ ਨੂੰ ਭੁਲਾ ਦੇਣ ਅਤੇ ਸਾਰੇ ਹੀ ਵਰਗਾਂ ਦੇ ਲੋਕਾਂ ਵਿਚਾਲੇ ਸਿਆਸੀ ਏਕਤਾ ਸਥਾਪਿਤ ਕਰਨ ਲਈ ਕੰਮ ਕਰਨ। इस घर को देखकर हम कहते हैं कि इसका रचने वाला कोई चतुर पुरुष था, जिसने रहने वालों के सुख के लिए जो जो प्रबंध आवश्यक था उसको विचार कर घर रचा। हमने रचने वाले को देखा भी नहीं, तो भी हमको निश्चय होता है कि घर का रचने वाला कोई था। ਸਿੱਖਿਆ ਤੇ ਸਮਾਜ ਸੇਵਾ ਦੇ ਆਪਣੇ ਸੰਕਲਪ ਨੂੰ ਪੂਰਾ ਕਰਨ ਲਈ ਉਹਨਾਂ ਨੇ 1911 ਵਿੱਚ ਆਪਣੀ ਜਮੀ ਜਮਾਈ ਵਕਾਲਤ ਛੱਡ ਦਿੱਤੀ। ਜ਼ਿੰਦਗੀ ਭਰ ਸੰਨਿਆਸ ਦੀ ਪਰੰਪਰਾ ਨੂੰ ਨਿਭਾਉਣ ਲਈ ਉਹਨਾਂ ਨੇ ਸਮਾਜ ਸੇਵਾ ਲਈ ਜੀਵਨ ਸਮਰਪਿਤ ਕਰਨ ਦੀ ਆਪਣੀ ਐਲਾਨੀ ਗਈ ਵਚਨਬੱਧਤਾ ਦਾ ਪਾਲਣ ਕੀਤਾ। ਪਰ ਜਦੋਂ ਚੌਰੀ ਮਾਮਲੇ 'ਚ 177 ਸੁਤੰਤਰਤਾ ਸੈਨਾਨੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤਾਂ ਮਦਨ ਮੋਹਨ ਮਾਲਵੀਆ ਨੇ ਆਪਣੇ ਇਰਾਦੇ ਦੇ ਬਾਵਜੂਦ ਉਹਨਾਂ ਦਾ ਮੁਕੱਦਮਾ ਲੜਿਆ ਅਤੇ 156 ਸੁਤੰਤਰਤਾ ਸੈਨਾਨੀਆਂ ਨੂੰ ਬਰੀ ਕਰਵਾਇਆ। ਇੱਕ ਪ੍ਰਤਿਭਾਸ਼ਾਲੀ ਸਪੀਕਰ ਹੋਣ ਦੇ ਨਾਤੇ ਉਹਨਾਂ ਨੇ ਮੁਫਤ ਅਤੇ ਲਾਜ਼ਮੀ ਮੁੱਢਲੀ ਸਿੱਖਿਆ, ਬ੍ਰਿਟਿਸ਼ ਕਲੋਨੀਆਂ 'ਚ ਭਾਰਤੀ ਗਿਰਮਿਟੀਆ ਕਿਰਤੀਆਂ ਦੀ ਭਰਤੀ ਤੇ ਪਾਬੰਦੀ ਅਤੇ ਰੇਲਵੇ ਦੇ ਕੌਮੀਕਰਨ ਵਰਗੇ ਮੁੱਦਿਆਂ ਤੇ ਬਹਿਸ ਵਿੱਚ ਸਰਗਰਮ ਤੌਰ ਤੇ ਹਿੱਸਾ ਲਿਆ। ਉਹ 1924 ਤੋਂ ਲੈ ਕੇ ਭਾਰਤ ਨੂੰ ਆਜ਼ਾਦੀ ਹਾਸਲ ਹੋਣ ਦੇ 1 ਸਾਲ ਪਹਿਲਾਂ 1946 ਵਿੱਚ ਦੇਹਾਂਤ ਤੱਕ ਹਿੰਦੁਸਤਾਨ ਟਾਈਮਜ਼ ਦੇ ਨਿਰਦੇਸ਼ਕ ਮੰਡਲ ਦੇ ਪ੍ਰਧਾਨ ਰਹੇ। ਮਦਨ ਮੋਹਨ ਮਾਲਵੀਆ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਨਾਲ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ।